ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ। ਹੰਬੜਾ 'ਚ ਦਰਸ਼ਨ ਸਿੰਘ ਸ਼ਿਵਾਲਕ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ। ਕਈ ਟਕਸਾਲੀ ਕਾਂਗਰਸੀ ਪਰਿਵਾਰ ਅਕਾਲੀ ਦਲ ਦੇ ਵਿੱਚ ਹੋਏ ਸ਼ਾਮਲ। ਮਨਪ੍ਰੀਤ ਸਿੰਘ ਅਯਾਲੀ ਨੇ ਵੀ ਲੋਕਾਂ ਦੇ ਨਾਲ ਕੀਤਾ ਰਾਬਤਾ। ਵੱਖ-ਵੱਖ ਪਿੰਡਾਂ ਦੇ ਵਿੱਚ ਕੀਤੀਆਂ ਚੋਣ ਮੀਟਿੰਗਾਂ। ਹਲਕਾ ਆਤਮਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰੀਸ਼ ਰਾਏ ਟਾਂਡਾ ਦੇ ਵੱਲੋਂ ਚੋਣ ਪ੍ਰਚਾਰ ਤੇਜ਼। ਲੋਕਾਂ ਦਾ ਵੀ ਮਿਲ ਰਿਹਾ ਭਰਪੂਰ ਸਮਰਥਨ। ਖੰਨਾ ਦੇ ਵਿੱਚ ਵੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ। ਹਲਕਾ ਆਤਮਨਗਰ ਦੇ ਵਿੱਚ ਵਿਕਾਸ ਦੇ ਦਾਅਵਿਆਂ ਦੀ ਖੁੱਲੀ ਪੋਲ। ਸੜਕਾਂ ਤੇ ਇਕੱਠਾ ਹੋਇਆ ਮੀਂਹ ਦਾ ਪਾਣੀ। ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ। ਢੰਡਾਰੀ ਰੇਲਵੇ ਸਟੇਸ਼ਨ ਸਾਹਮਣੇ ਵਾਪਰਿਆ ਭਿਆਨਕ ਸੜਕੀ ਹਾਦਸਾ। ਬੱਸ ਨੂੰ ਟਰੱਕ ਨੇ ਮਾਰੀ ਜ਼ੋਰਦਾਰ ਟੱਕਰ। ਹਾਦਸੇ ਦੇ ਵਿੱਚ 2 ਲੋਕਾਂ ਦੀ ਹੋਈ ਮੌਤ, 3 ਹੋਏ ਗੰਭੀਰ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਕਾਸ ਪੱਖੀ ਨੀਤੀਆਂ ਨੂੰ ਵੇਖਦਿਆਂ ਹੋਇਆਂ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਸੇ ਦੇ ਚਲਦਿਆਂ ਵਿਧਾਨ ਸਭਾ ਹਲਕਾ ਗਿੱਲ ਦੇ ਕਸਬਾ ਹੰਬੜਾ ਦੇ ਵਿੱਚ ਵੀ ਕਾਂਗਰਸ ਦੇ 2 ਸਾਬਕਾ ਪੰਚਾਇਤ ਮੈਂਬਰ ਤੇ ਕਈ ਟਕਸਾਲੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਤੇ ਇਸ ਦੇ ਨਾਲ ਹੀ ਕਸਬਾ ਹੰਬੜਾ ਵਿਖੇ ਭਰਵੀਂ ਚੋਣ ਮੀਟਿੰਗ ਦੇ ਦੌਰਾਨ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਕ ਨੇ ਕਿਹਾ ਕਿ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ। ਤੇ ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਇਸ ਵੇਲੇ ਅਕਾਲੀ ਬਸਪਾ ਦੇ ਹੱਕ ਦੇ ਵਿੱਚ ਲੋਕ ਵਿਸ਼ਵਾਸ ਕਾਇਮ ਹੋ ਚੁੱਕਾ ਹੈ। ਅੱਜ ਵਿਧਾਨ ਸਭਾ ਹਲਕਾ ਗਿੱਲ ਦੇ ਵਿੱਚ ਇਤਿਹਾਸਕ ਨਗਰ ਹੰਬੜਾ ਦੇ ਵਿੱਚ ਨੁੱਕੜ ਮੀਟਿੰਗ ਕਰਨ ਆਏ ਸੀਗੇ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ। ਲੇਕਿਨ ਤੁਸੀਂ ਆਪ ਦੇਖਿਆ ਕਿ ਨੁੱਕੜ ਮੀਟਿੰਗ ਦੀ ਜਗ੍ਹਾ ਤੇ ਨਗਰ ਵਾਸੀਆਂ ਨੇ ਰੈਲੀ ਦਾ ਰੂਪ ਦਿੱਤਾ। ਤੇ ਇੱਥੇ ਖਾਸ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਕਿ ਇਹਨਾਂ 5 ਸਾਲਾਂ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ, ਕੋਈ ਨਵੀਂ ਸੜਕ ਨਹੀਂ ਬਣਾਈ ਗਈ। ਜਿਹੜੀ ਗ੍ਰਾਂਟ ਵੀ ਸੀ ਉਹ ਵੀ ਚਿੱਟੇ ਲਿਫਾਫਾ ਖਾਲੀ ਦੀ ਫੋਟੋ ਕਰਾ ਕੇ ਵਿਧਾਇਕ ਸਾਹਿਬ ਚਲੇ ਗਏ। ਸੋ ਅੱਜ ਇਸ ਰੋਸ ਵਜੋਂ ਹੀ ਉਹ ਕਹਿੰਦੇ ਸਾਨੂੰ ਕਾਂਗਰਸ ਪਾਰਟੀ ਤੋਂ ਇੰਨਾ ਮਤਲਬ ਸਾਨੂੰ ਕੋਈ ਰੋਸ ਨਹੀਂ ਹੈਗਾ। ਸਾਨੂੰ ਜਿਹੜਾ ਵਿਧਾਇਕ ਕੁਲਦੀਪ ਸਿੰਘ ਆ ਵੀ ਉਹ ਨਾ ਉਹਨੇ ਕਦੇ ਇੱਥੇ ਆ ਕੇ ਸ਼ਕਲ ਦਿਖਾਈ ਆ, ਨਾ ਸਾਡਾ ਕੋਈ ਕੰਮ ਕੀਤਾ। ਇਸ ਰੋਸ ਦੇ ਪੱਖੋਂ ਅੱਜ ਕਾਂਗਰਸ ਦੇ ਜਿਹੜੇ ਹੈਗੇ ਆ ਸਰਦਾਰ ਗੁਰਮੇਲ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਨੇ, ਇਹ ਸੁਖਦੇਵ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਨੇ, ਸਰਦਾਰ ਨਿਰਮਲ ਸਿੰਘ, ਕਸ਼ਮੀਰ ਸਿੰਘ ਜੀ, ਮੁਖਤਿਆਰ ਸਿੰਘ ਜੀ, ਮਹਿੰਦਰ ਸਿੰਘ ਜੀ, ਇਹ ਸਾਰੇ ਕਾਂਗਰਸ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਸੀਗੇ। ਇਹਨਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ। ਤੇ ਉਧਰ ਵਿਧਾਨ ਸਭਾ ਹਲਕਾ ਖੰਨਾ ਅੰਦਰ ਅਕਾਲੀ ਬਸਪਾ ਗੱਠਜੋੜ ਦੀ ਸਾਂਝੀ ਉਮੀਦਵਾਰ ਜਸਦੀਪ ਕੌਰ ਯਾਦੂ ਦੀ ਚੋਣ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਉਹਨਾਂ ਨੂੰ ਲੱਡੂਆਂ ਦੇ ਨਾਲ ਵੀ ਤੋਲਿਆ ਗਿਆ ਤੇ ਇਸ ਮੌਕੇ ਉਹਨਾਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਵੀ ਖਰਾ ਉਤਰਨਗੇ। ਤੇ ਇਸ ਮੌਕੇ ਉਹਨਾਂ ਦੇ ਨਾਲ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਵੀ ਮੌਜੂਦ ਰਹੇ ਤੇ ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। बहुत ज़्यादा बहुत उत्साह है सारे। मैं बहुत बहुत धन्यवाद करती हूँ सारे का। सारे इन्ना सत्कार प्यार दे रहे हैं सानू ते असी तो एको ही वादा करते हैं कि तुहानू कदे पछतावा नहीं होगा कि तुसी किसी गलत बंदे नूं चुनिया, क्योंकि असी सब कुछ करके दिखाना जो अज तक किसी MLA ने नहीं किया। बिकॉज असी करप्शन की भी नहीं तो करनी भी नहीं। जिन्ना फंड आऊगा सारा अपने शहर से ही लवांगे। बड़े लंबे समय तो शहर में विचर रहे हैं। शहर के पुत्रा वांगू मेरी धर्मपत्नी शहर के धीआं वांगू विचर रही है शुरू तो ही। तो बड़ा शहर वालों प्यार मिल रहा, बच्चों वांगू प्यार मिल रहा। सो सारे का असीं धन्यवाद भी करते हैं। असीं अपने वालों यकीन भी दिवाने कि तुसीं सानू मेरी धर्मपत्नी नूं चुन के भेजो, इतों MLA बना के भेजो। बाकी काम साडा असीं ईमानदारी नाल शहर का काम करांगे। एक विकास का एक फंड का पैसा एक ईमानदारी लगूगा। आ जिहड़े हुण सरकारां लंघ के गईयां ने इन्हां वांगू नहीं कि लोगों के करोड़ों रुपये फंडों का घटाला करन। सो इसलिए बेनती करते हैं कि सच का साथ दो, ईमानदारी का साथ दो। ਤੁਹਾਨੂੰ ਡਟ ਕੇ ਤੁਹਾਡੇ ਸ਼ਹਿਰ ਦੀ ਸੇਵਾ ਕਰਾਂਗੇ ਸਾਰੇ ਪਾਸੇ ਤੋਂ। ਚਾਹੇ ਅਫਸਰਾਂ ਦੀ ਧੱਕੇਸ਼ਾਹੀ ਆ, ਚਾਹੇ ਅਫਸਰਾਂ ਦੀ ਲੁੱਟ ਹੈ, ਉਹ ਤੋਂ ਮੁਕਤੀ ਕਰਾਵਾਂਗੇ ਹਰ ਤਰ੍ਹਾਂ ਦਾ। ਚਾਹੇ ਕੋਈ ਗੁੰਡਾ ਅਨਸਰ ਨੇ, ਚਾਹੇ ਕੋਈ ਗਲਤ ਅਨਸਰ ਨੇ, ਚਾਹੇ ਕੋਈ ਸਮਗਲਰ ਨੇ, ਇਹਨਾਂ ਤੋਂ ਵੀ ਤੁਹਾਨੂੰ ਸ਼ਹਿਰ ਨੂੰ ਛੁਟਕਾਰਾ ਦਿਵਾਇਆ ਜਾਊਗਾ।
ਵਧੀਆ ਤਰੀਕੇ ਦਾ ਪ੍ਰਸ਼ਾਸਨ ਚਲਾਇਆ ਜਾਊਗਾ, ਵਧੀਆ ਤਰੀਕੇ ਦਾ ਇਮਾਨਦਾਰੀ ਦਾ, ਸ਼ਾਂਤੀ ਵਾਲਾ, ਭਾਈਚਾਰਕ ਸਾਂਝ ਵਾਲਾ ਰਾਜ ਖੰਨੇ ਨੂੰ ਦਿੱਤਾ ਜਾਊਗਾ। ਤੇ ਉਧਰ ਹੀ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੀ ਨੇ ਬੇਟ ਇਲਾਕੇ ਦੇ ਵਿੱਚ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹੋਇਆ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਇਸ ਦੌਰਾਨ ਉਹਨਾਂ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਮੀਟਿੰਗਾਂ ਵੀ ਕੀਤੀਆਂ ਤੇ ਇਸ ਦੌਰਾਨ ਹੀ ਅਯਾਲੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਤੇ ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਨਾਲ ਉਹਨਾਂ ਦੀ ਸਿਆਸੀ ਨਹੀਂ ਸਗੋਂ ਪਰਿਵਾਰਕ ਸਾਂਝ ਹੈ ਤੇ ਇਸ ਮੌਕੇ ਉਹਨਾਂ ਵਿਰੋਧੀ ਪਾਰਟੀਆਂ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਨੇ। ਅੱਜ ਗੋਰਸੀਆਂ ਕਾਦਰ ਬਖਸ਼, ਉਸ ਤੋਂ ਬਾਅਦ ਗੋਰਸੀਆਂ ਖਾਨ ਮੁਹੰਮਦ, ਉਸ ਤੋਂ ਬਾਅਦ ਤਲਵਾੜਾ, ਸ਼ੇਖ ਕੁਤਬ ਤੇ ਹੁਣ ਜਿਹੜਾ ਖਦਾਈ ਚੱਕ ਪਿੰਡ ਦੇ ਵਿੱਚ ਜਿਹੜਾ ਅੱਜ ਇਹ ਚੋਣ ਜਲਸਾ ਕੀਤਾ ਗਿਆ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਨਗਰ ਨਿਵਾਸੀ, ਬੇਸ਼ੱਕ ਛੋਟਾ ਪਿੰਡ ਆ ਪਰ ਬਹੁਤ ਮਾਣ ਸਤਿਕਾਰ ਆ, ਜਿਹੜਾ ਪਿਆਰ ਹੈਗਾ ਇਸ ਨਗਰ ਵੱਲੋਂ ਜਿਹੜਾ ਦਿੱਤਾ ਗਿਆ ਅਤੇ ਬਹੁਤ ਵੱਡਾ ਸਹਿਯੋਗ, ਕਿਉਂਕਿ ਨਗਰ ਦੇ ਤਕਰੀਬਨ ਹਰ ਘਰ ਦਾ ਜਿਹੜਾ ਇੱਥੇ ਇੱਕ ਵਿਅਕਤੀ ਹਾਜ਼ਰ ਆ ਅਤੇ ਇਸ ਨਗਰ ਦੇ ਵਿੱਚੋਂ ਜੋ ਮਾਹੌਲ ਹੈਗਾ ਬਹੁਤ ਵੱਡੀ ਲੀਡ ਦੇ ਨਾਲ ਇੱਥੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਧੱਕੇਸ਼ਾਹੀਆਂ ਜਾਤੀਆਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਹਲਕਾ ਇੰਚਾਰਜ ਸੀ ਉਹਦੇ ਵੱਲੋਂ ਇਸ ਨਗਰ ਦੇ ਲੋਕਾਂ ਨਾਲ ਕੀਤੀਆਂ ਗਈਆਂ, ਇੱਥੋਂ ਤੱਕ ਕਿ ਅਕਾਲੀਆਂ ਨੂੰ ਵੀ ਕਾਂਗਰਸੀਆਂ ਨੂੰ ਵੀ ਬਖਸ਼ਿਆ ਗਿਆ। ਇੱਥੋਂ ਦੀ ਜਿਹੜੀ ਐਗਰੀਕਲਚਰ ਸੁਸਾਇਟੀ ਦੇ ਵਿੱਚ ਸਾਰਿਆਂ ਦੇ ਕਾਗਜ਼ ਰੱਦ ਕੀਤੇ ਗਏ, ਕਾਂਗਰਸੀਆਂ ਦੇ ਵੀ ਕਾਗਜ਼ ਰੱਦ ਕੀਤੇ ਗਏ। ਸੋ ਇਸ ਕਰਕੇ ਬਹੁਤ ਵੱਡਾ ਜਿਹੜਾ ਇਸ ਪਿੰਡ 'ਚ ਵਿਰੋਧ ਹੈਗਾ ਅਤੇ ਲੋਕ ਇਹ ਜਿਹੜੀ ਧੱਕੇਸ਼ਾਹੀ ਦਾ ਜਿਹੜਾ ਇਹਨੂੰ ਸਬਕ ਸਿਖਾਉਣਾ ਚਾਹੁੰਦੇ ਆ ਇੱਕ ਵੋਟ ਦੇ ਰੂਪ ਦੇ ਵਿੱਚ। ਸੋ ਬਾਕੀ ਵੀ ਜੋ ਪਿਛਲੇ ਸਮੇਂ 'ਚ ਅਕਾਲੀ ਦਲ ਦੀ ਸਰਕਾਰ ਨੇ ਕੰਮ ਕੀਤੇ ਨੇ ਲੋਕਾਂ ਨੂੰ ਯਾਦ ਨੇ। ਆ 5 ਸਾਲ ਦਾ ਲਾਰੇ ਹੀ ਮਿਲਿਆ ਲੋਕਾਂ ਨੂੰ, ਝੂਠੇ ਲਾਰੇ, ਝੂਠੇ ਵਾਅਦੇ, ਤੇ ਇਸ ਕਰਕੇ ਲੋਕ ਬੇਸਬਰੀ ਨਾਲ ਉਡੀਕ ਰਹੇ ਕਿ 20 ਤਰੀਕ ਆਵੇ ਤੇ ਇਸ ਕਾਂਗਰਸ ਸਰਕਾਰ ਨੂੰ ਚੱਲਦਾ ਕਰੀਏ। ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰੀਸ਼ ਰਾਏ ਟਾਂਡਾ ਵੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਵਿਕਾਸ ਪੱਖੀ ਨੀਤੀਆਂ ਦੇ ਚੱਲਦੇ ਅਕਾਲੀ ਦਲ ਨੂੰ ਲੋਕਾਂ ਦਾ ਵੀ ਭਰਮਾ ਸਮਰਥਨ ਮਿਲ ਰਿਹਾ ਤੇ ਉਧਰ ਹੀ ਬੱਚਿਆਂ ਦੇ ਵਿੱਚ ਵੀ ਅਕਾਲੀ ਦਲ ਦੇ ਪ੍ਰਤੀ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ, ਜਿਸ ਦੇ ਚੱਲਦਿਆਂ ਚੋਣ ਪ੍ਰਚਾਰ ਦੇ ਦੌਰਾਨ ਹਰੀਸ਼ ਰਾਏ ਟਾਂਡਾ ਨੇ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। बहुत भरमा ਹੁੰਗਾਰਾ मिल रहा है, ਤੁਸੀਂ अंदाज़ा लगा सकते हो ये मेरे छोटे दोस्त हैं, मेरे फ्रेंड्स हैं, ठीक है ना? हाँ जी। हाँ, ये छोटे फ्रेंड्स हैं, ये मेरे ऑफिस के बिल्कुल नाल दे एरिए दे वसनीक हैं। जिस दिन तो मैं आया तकरीबन उस दिन दे पूरा ही जनता नगर सारे मुहल्ले इन्होंने आप घरों घरी जाके समगरी दे के लोगों को पैंफलेट दे के स्टिकर लगा के नाल कन्विंस भी करते हैं। अब अंकल आंटी नूं मना लेंदे हो सब नूं? हाँ जी। की कहंदे आ लोग? ਕਹਿੰਦੇ ਆ ਵੋਟ ਤਕੜੀ ਨੂੰ ਹੀ ਦੇਣੀ ਹੈ। ਕੀ ਤੁਹਾਨੂੰ ਰੁਝਾਓ ਲੱਗਦਾ ਕੋਈ ਹੋਰ ਪਾਰਟੀ ਵੱਲ ਵੀ ਜ਼ਿਆਦਾ ਕਿ ਆਪਣੇ ਵੱਲ ਜ਼ਿਆਦਾ? ਆਪਣੇ ਵੱਲ ਜ਼ਿਆਦਾ। ਤੇ ਤੁਹਾਨੂੰ ਹੁਣ ਜਦ ਦੇ ਮੈਨੂੰ ਮਿਲਣ ਲੱਗੇ ਹੋ ਤੁਹਾਨੂੰ ਲੱਗਦਾ ਕਿ ਆਪਾਂ ਫਰੈਂਡਸ ਹੋ ਗਏ? ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਆਪਾਂ ਪੜ੍ਹ ਕੇ ਵੱਡੇ ਲਾਇਕ ਬਣਨਾ, ਕਰੋਗੇ ਨਾ ਉਹੀ? ਇਹ ਦੇਖੋ ਇਹ ਉਤਸ਼ਾਹ ਹੈ। ਮੈਂ ਸਮਝਦਾ ਜਦ ਬਜ਼ੁਰਗ ਬੱਚੇ ਹਮ ਉਮਰ ਇਕੱਠੇ ਹੋ ਜਾਣ ਤਾਂ ਇਹਦਾ ਮਤਲਬ ਸਮਝ ਲਓ ਕਿ ਲੋਕਾਂ ਨੇ ਤੁਹਾਨੂੰ ਐਕਸੈਪਟ ਕਰ ਲਿਆ। ਤੇ ਉਧਰ ਹੀ ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ ਦੇ ਵੱਲੋਂ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ, ਜਿਸ ਤਹਿਤ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਪ੍ਰਿਤਪਾਲ ਸਿੰਘ ਪਾਲੀ ਚੋਣ ਮੁਹਿੰਮ ਨੂੰ ਇਲਾਕੇ ਦੇ ਵਿੱਚ ਜਿੱਥੇ ਲੈ ਕੇ ਜਾਂਦੇ ਨੇ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਵਿਰੋਧੀ ਪਾਰਟੀਆਂ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਨੇ। ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਅੱਜ ਖੁੱਡ ਮੱਲਾ ਵਿਖੇ ਸਮੁੱਚੇ ਗੁਜਰਾਲ ਪਰਿਵਾਰ ਵੱਲੋਂ ਅੱਜ ਦੀ ਮੀਟਿੰਗ ਦਾ ਆਯੋਜਿਤ ਕੀਤਾ ਗਿਆ। ਮੈਂ ਸਮੁੱਚੇ ਗੁਜਰਾਲ ਪਰਿਵਾਰ ਦਾ ਜਿੱਥੇ ਧੰਨਵਾਦੀ ਹਾਂ, ਉੱਥੇ ਖੁੱਡ ਮੱਲੇ ਦੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਬੱਚੇ ਨੂੰ, ਆਪਣੇ ਵੀਰ ਨੂੰ ਇੱਥੇ ਬੁਲਾ ਕੇ ਬਹੁਤ ਵੱਡਾ ਮਾਣ ਦਿੱਤਾ ਹੈ। ਔਰ ਇਸੇ ਹੀ ਤਰ੍ਹਾਂ ਹਰ ਹਲਕੇ ਦੇ ਵਿੱਚ ਪਿਆਰ ਮਿਲ ਰਿਹਾ, ਬਹੁਤ ਵੱਡੀ ਤਾਦਾਦ ਵਿੱਚ ਪਿਆਰ ਦੇ ਰਹੀਆਂ ਹਨ। ਮੈਂ ਜਿੱਥੇ ਸੰਗਤਾਂ ਦਾ ਕੋਟਾਨ-ਕੋਟ ਧੰਨਵਾਦ ਕਰਦਾ ਜੋ ਇਸ ਹਲਕੇ ਦਾ MLA ਸਾਹਿਬ ਨੇ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਵਿਕਾਸ ਪੁਰਸ਼ ਹਾਂ, ਮੈਂ ਵਿਕਾਸ ਕੀਤਾ, ਵਿਨਾਸ਼ ਕੀਤਾ ਕਿ ਵਿਕਾਸ ਕੀਤਾ ਇਹ ਦੱਸਿਆ ਜਾਵੇ। ਮੇਰੇ ਸਾਹਮਣੇ ਬਿਲਕੁਲ ਸਾਹਮਣੇ ਆ ਕੇ ਡਿਬੇਟ ਕਰ ਸਕਦਾ ਹੈ। ਮੈਨੂੰ ਉਹਨੂੰ ਪੁੱਛਣਾ ਚਾਹੁੰਦਾ ਸਿਵਲ ਹਸਪਤਾਲ ਦਾ ਕੀ ਉਹਨੇ ਵਿਕਾਸ ਕੀਤਾ ਅੱਜ ਤੱਕ? 10 ਸਾਲ ਉਹ ਇਸ ਹਲਕੇ ਦਾ MLA ਆ, ਸਿਵਲ ਹਸਪਤਾਲ 'ਚ ਅੱਜ ਤੱਕ ਕੀ ਕੀਤਾ? ਉੱਥੇ ਨੀਡੂ ਕੌਂਸਲਰ ਨੂੰ ਭਾਇਆ ਲੋਕਾਂ ਕੋਲ ਪੈਸੇ ਲੈਣ ਦੇ ਲਈ, ਉਹ ਜਿੱਥੇ ਆਪ ਲੁੱਟ ਰਿਹਾ ਨੀਟੂ ਉੱਥੇ ਡਾਬਰ ਲਈ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਪਹੁੰਚਾਉਂਦਾ ਹੈ। ਅੱਜ ਵਿਧਾਨ ਸਭਾ ਦੇ ਲਈ ਜੋ ਇਲੈਕਸ਼ਨ ਹੋ ਰਹੇ ਨੇ, ਅੱਜ ਵਾਰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਅਸੀਂ ਜਾ ਰਹੇ ਹਾਂ। ਅੱਜ ਵਾਰਡ ਨੰਬਰ 62 ਦੇ ਵਿੱਚ ਇੱਥੇ ਪ੍ਰੋਗਰਾਮ ਹਲਕੇ ਦੇ ਵਾਰਡ ਦੇ ਲੋਕਾਂ ਵੱਲੋਂ ਰਖਾਇਆ ਗਿਆ ਔਰ ਜਿਹਦੇ 'ਚ ਬਹੁਤ ਵੱਡੀ ਤਾਦਾਦ 'ਚ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਸਾਰੇ ਆਏ ਨੇ
ਔਰ ਪਾਰਲੀ ਪ੍ਰਧਾਨ ਜੀ ਨੂੰ ਬਹੁਤ ਸਹਿਯੋਗ ਮਿਲ ਰਿਹਾ। ਲੋਕ ਪਿਆਰ ਕਰਦੇ ਨੇ, ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵਿਕਾਸ ਵਾਲੀ ਸਰਕਾਰ ਸਿਰਫ ਤਾਂ ਸਿਰਫ ਜੇ ਚਲਾ ਸਕਦਾ ਕੋਈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਚਲਾ ਸਕਦੀ ਹੈ ਔਰ ਸਰਦਾਰ ਸੁਖਬੀਰ ਸਿੰਘ ਹੀ ਪੰਜਾਬ ਦਾ ਵਿਕਾਸ ਕਰ ਸਕਦੇ ਨੇ। ਪੰਜਾਬ ਦੀ ਅਮਨ ਸ਼ਾਂਤੀ ਲਈ, ਪੰਜਾਬ ਦੇ ਭਾਈਚਾਰੇ ਲਈ, ਪੰਜਾਬ ਦੀ ਇੰਡਸਟਰੀ ਲਈ, ਪੰਜਾਬ ਦੇ ਕਿਸਾਨੀ ਲਈ, ਪੰਜਾਬ ਦੇ ਨੌਜਵਾਨਾਂ ਦੇ ਲਈ ਜੇ ਕੋਈ ਪੰਜਾਬ ਲਈ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ। ਇਸ ਕਰਕੇ ਲੋਕਾਂ ਦਾ ਬਹੁਤ ਪਿਆਰ ਸਤਿਕਾਰ ਮਿਲ ਰਿਹਾ, ਵਧੀਆ ਅੰਗਾਰਾ ਮਿਲ ਰਿਹਾ। ਅੱਜ ਵਾਰਡ ਹਲਕੇ ਦੇ ਵਿੱਚ ਵਾਰਡ ਨੰਬਰ 62 ਦੇ ਵਿੱਚ ਪ੍ਰੋਗਰਾਮ ਹੋ ਰਿਹਾ। ਸੈਂਟਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਜੀ ਪਾਲੀ ਇੱਕ ਪੂਰੀ ਲਹਿਰ ਬਣ ਚੁੱਕੀ ਹੈ ਸੈਂਟਰ ਹਲਕੇ ਦੇ ਵਿੱਚ ਕਿ ਪ੍ਰਿਤਪਾਲ ਸਿੰਘ ਜੀ ਅਗਲੇ ਐਮਐਲਏ ਹੋਣਗੇ, ਨੈਕਸਟ ਐਮਐਲਏ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਅਕਾਲੀ ਦਲ ਦੀ ਹੋਏਗੀ। ਪੰਜਾਬ ਦੇ ਵਿੱਚ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾ ਚੁੱਕਾ ਹੈ। ਇਸ ਦਰਮਿਆਨ ਗੱਲ ਕਰੀਏ ਲੁਧਿਆਣਾ ਦੀ ਪੱਛਮੀ ਸੀਟ ਦੀ ਤਾਂ ਇੱਥੇ ਵੀ ਮੁਕਾਬਲਾ ਰੋਚਕ ਨਜ਼ਰ ਆ ਰਿਹਾ ਤੇ ਉਧਰ ਹੀ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਵੀ ਸ਼ਹਿਰ ਦੇ ਵਿੱਚ ਹੋਏ ਵਿਕਾਸ ਤੇ ਸਾਡੇ ਸੀਨੀਅਰ ਪੱਤਰਕਾਰ ਤਰਸੇਮ ਭਰਦਵਾਜ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਹੈ ਤੇ ਇਸ ਦੌਰਾਨ ਉਹਨਾਂ ਨੇ ਰਾਜਸੀ ਮੁੱਦਿਆਂ ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ ਨੇ। ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈਗਾ। ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈਗਾ। 2022 ਲਈ ਆਪਣੇ ਆਪਣੇ ਹਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ। ਆਪਣੇ 5 ਸਾਲ ਦੇ ਕੀਤੇ ਕੰਮਾਂ ਬਾਰੇ ਦੱਸਿਆ ਜਾ ਰਿਹਾ। ਅਸੀਂ ਅੱਜ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਖੜੇ ਹਾਂ। ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਕੈਬਨਿਟ ਮਿਨਿਸਟਰ ਵੀ ਰਹੇ ਨੇ, ਉਹਨਾਂ ਵੱਲੋਂ 5 ਸਾਲ ਦੇ ਵਿੱਚ ਕੀ ਜਿਹੇ ਕੰਮ ਕੀਤੇ ਕਿ 2022 ਦੇ ਵਿੱਚ ਜਾ ਕੇ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਜਾ ਰਹੇ ਨੇ। ਗੱਲ ਕਰਾਂਗੇ ਉਹਨਾਂ ਕੀ ਕਹਿਣਾ ਚਾਹੁੰਦੇ, ਕਿਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੰਮ ਕੀਤੇ ਜਾਣਗੇ। ਸਾਹਿਬ 5 ਸਾਲ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਜਦੋਂ ਇਲੈਕਸ਼ਨ 2017 ਦਾ ਰਿਜ਼ਲਟ ਡਿਕਲੇਅਰ ਹੋਇਆ ਸੀ, ਸਰਕਾਰ ਬਣੀ ਸੀ, ਅਸੀਂ ਉਦੋਂ ਤੋਂ ਹੀ ਇਸ ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰ ਲਈ ਸੀ। ਕੀ ਲੋਕਾਂ ਦੀ ਸੋਚ ਆ, ਲੋਕ ਕੀ ਚਾਹੁੰਦੇ ਆ, ਲੁਧਿਆਣੇ ਦੀ ਕੀ ਡਿਮਾਂਡ ਆ, ਕੀ ਕੋਰ ਇਸ਼ੂਜ਼ ਨੇ, ਉਹਨਾਂ ਸਾਰਿਆਂ ਤੇ ਵਰਕਿੰਗ ਸ਼ੁਰੂ ਕਰ ਦਿੱਤੀ ਸੀ। ਚਾਹੇ ਇੱਥੇ ਬਹੁਤਾ ਇਸ਼ੂ ਵੱਡਾ ਵਾਤਾਵਰਣ ਦਾ ਹੈ, ਪੋਲਿਊਸ਼ਨ ਦਾ, ਜਾਂ ਇੱਥੇ ਦਾ ਰੋਡ ਨੈਟਵਰਕ ਹੈ ਉਹਦੀ ਅਪਗ੍ਰੇਡੇਸ਼ਨ, ਇਨਫਰਾਸਟ੍ਰਕਚਰ ਕਿਸ ਤਰੀਕੇ ਸਟਰੋਂਗ ਕਰਨਾ ਹੈ, ਬੁੱਢਾ ਨਾਲਾ ਇਸ਼ੂ, ਅਸੀਂ ਸਾਰਿਆਂ ਤੇ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਦੇ ਤੇ ਰਿਜ਼ਲਟ ਵੀ ਸਾਹਮਣੇ ਆਏ ਨੇ। ਕੁਝ ਪ੍ਰੋਜੈਕਟ ਸਾਡੇ ਪੂਰੇ ਹੋ ਗਏ, ਕੁਝ ਹਲੇ ਪੂਰੇ ਹੋਣ ਦੀ ਕਗਾਰ ਤੇ ਨੇ ਤੇ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੁਬਾਰਾ ਸ਼ੁਰੂ ਕਰਨ ਵਾਲੇ ਹਾਂ ਹੋਰ। ਤੇ ਸਾਡਾ ਵਿਜ਼ਨ ਇਹ ਹੈ ਲੁਧਿਆਣਾ ਵੈਸਟ ਖਾਸ ਤੌਰ ਤੇ ਔਰ ਲੁਧਿਆਣੇ 'ਚ ਹੈਸਲ ਫ੍ਰੀ ਟ੍ਰੈਫਿਕ। ਇੱਥੇ ਜਿੰਨੇ ਸਾਡੇ ਰੇਲਵੇ ਲਾਈਨ ਦੇ ਉੱਤੇ ਫਾਟਕ ਨੇ ਅਸੀਂ ਸਾਰੇ RUB ਜਾਂ ROB ਨਾਲ ਕਰ ਦੇਣੇ ਆ ਤਾਂ ਕਿ ਕਿਤੇ ਲੁਧਿਆਣਾ ਵੈਸਟ 'ਚ ਟ੍ਰੈਫਿਕ ਰੁਕੇ ਨਾ। ਇਹੋ ਜਿਹੀ ਪਲੈਨਿੰਗ ਕੀਤੀ ਹੋਈ ਹੈ ਔਰ ਸਾਡੀਆਂ ਪ੍ਰਪੋਜ਼ਲਸ ਤਿਆਰ ਵੀ ਨੇ। ਜਿੱਥੇ ਜਿੱਥੇ ਗੰਦ ਪਿਆ ਸੀ, ਕੂੜਾ ਪਿਆ ਸੀ, ਉੱਥੇ ਕਿਸ ਤਰੀਕੇ ਵੈਲੀਜ਼ ਬਣਾਉਣੀਆਂ ਹੈ, ਪਾਰਕਸ ਬਣਾਉਣੇ ਆ, ਲੋਕਾਂ ਦੀ ਡਿਮਾਂਡ ਦੇ ਮੁਤਾਬਕ ਕੋਈ ਸਪੋਰਟਸ ਪਾਰਕ ਬਣਾਉਣੇ ਆ, ਸਾਰਿਆਂ ਤੇ ਵਰਕਿੰਗ ਹੋਈ ਔਰ ਉਹਦੇ ਰਿਜ਼ਲਟ ਕਾਫੀ ਆ ਵੀ ਗਏ ਔਰ ਕੁਝ ਚੱਲਦੇ ਵੀ ਪਏ ਨੇ। ਗੰਦਗੀ ਕਿਸ ਤਰੀਕੇ ਸਾਫ਼ ਕਰਨੀ ਹੈ, ਸਟੈਟਿਕ ਕੰਪੈਕਟਰ ਜਿੱਥੇ ਜਿੱਥੇ ਵੱਡਾ ਗੰਦ ਪਿਆ ਸੀਗਾ ਅਸੀਂ ਉਹ ਤਕਰੀਬਨ ਸਭ ਜਗ੍ਹਾ ਸਟੈਟਿਕ ਕੰਪੈਕਟਰ ਲਾਤੇ। 8 ਵਰਕਿੰਗ 'ਚ ਨੇ ਤੇ 1-2 ਪੁਆਇੰਟ ਸਾਡੇ ਰਹਿ ਗਏ, ਉਹ ਜਲਦੀ 1-2 ਮਹੀਨੇ ਦੇ ਅੰਦਰ ਉੱਥੇ ਵੀ ਕੰਪੈਕਟਰ ਲੱਗ ਜਾਣੇ ਔਰ ਅਸੀਂ ਸਾਰਾ ਲੁਧਿਆਣਾ ਵੈਸਟ ਜਿੰਨੇ ਸੈਕੰਡਰੀ ਪੁਆਇੰਟ ਸੀਗੇ ਕਿਤੇ ਤੁਹਾਨੂੰ ਕੂੜਾ ਨਜ਼ਰ ਨਹੀਂ ਆਏਗਾ, ਇਸ ਤਰੀਕੇ ਦਾ ਮਾਹੌਲ ਬਣਾਇਆ ਹੈ। ਹੋਰ ਬੁੱਢੇ ਨਾਲੇ ਤੇ ਕੰਮ ਚੱਲਦਾ ਪਿਆ। ਲੋਕ ਛੇਤੀ ਅੱਗੇ ਸਿੱਧਵਾਂ ਤੇ ਚਾਹੁੰਦੇ ਹੁੰਦੇ ਸੀ ਵੀ ਗੰਦਗੀ ਨਾ ਫੈਲੇ, ਅਸੀਂ ਇਹ ਅਸ਼ੋਰ ਕਰ ਦੇਣਾ ਸਾਲ ਸਵਾ ਸਾਲ ਦੇ ਵਿੱਚ ਸਿੱਧਵਾਂ ਦੀ ਤਰਜ਼ ਤੇ ਬੁੱਢਾ ਨਾਲਾ ਵੀ ਡਿਵੈਲਪ ਹੋਵੇ। ਅੱਜ ਸਿੱਧਵਾਂ ਤੇ ਤੁਸੀਂ ਸ਼ਾਮ ਨੂੰ ਜਾਓ ਔਰ ਉੱਥੇ ਦੇਖੋ ਕਿਸ ਤਰੀਕੇ ਦਾ ਮਾਹੌਲ ਹੈ। ਸਮਾਰਟ ਰੋਡਸ ਬਣਾਉਣੀਆਂ, ਸਮਾਰਟ ਮਾਰਕੀਟਸ ਬਣਾਉਣੀਆਂ, ਸਕੂਲ ਸਾਰੇ ਕਿਸ ਤਰੀਕੇ ਸਮਾਰਟ ਸਕੂਲ ਬਣਾਉਣੇ ਨੇ, ਸਾਰਿਆਂ ਤੇ ਵਰਕਿੰਗ ਕੀਤੀ ਗਈ। ਹੈਲਥ ਇਨਫਰਾਸਟ੍ਰਕਚਰ ਤੇ ਖਾਸ ਤੌਰ ਤੇ ਕੰਮ ਕੀਤਾ ਗਿਆ। ਕੋਈ ਇਹੋ ਜਿਹਾ ਅਸੀਂ ਸੈਕਟਰ ਛੱਡਿਆ ਨਹੀਂ ਜਿਹਦੇ ਤੇ ਆਪਣੇ ਵੱਲੋਂ ਮਿਹਨਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਮਿਹਨਤ ਜਾਰੀ ਹੈ। ਲੋਕਾਂ ਦੀ ਕਚਹਿਰੀ 'ਚ ਦੁਬਾਰਾ ਜਾ ਰਹੇ ਹਾਂ, ਕੰਮ ਕਰਕੇ ਜਾ ਰਹੇ ਹਾਂ। ਲੋਕਾਂ ਨੂੰ ਮੇਰਾ ਖਿਆਲ ਵਿਸ਼ਵਾਸ ਹੈ ਔਰ ਮੈਨੂੰ ਇੱਕ ਵਾਰੀ ਜ਼ਰੂਰ ਮੌਕਾ ਦੇਣਗੇ ਦੁਬਾਰਾ। ਇਹ ਸਭ ਤੋਂ ਵੱਡੀ ਗੱਲ ਆ 5 ਸਾਲ ਜਦੋਂ ਬੰਦਾ ਗਰਾਊਂਡ 'ਚ ਰਹਿੰਦਾ ਹੈਗਾ, ਕੋਈ ਲੋਕਾਂ ਦੀਆਂ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਲੋਕ ਸੱਤਾ ਧਿਰ ਦੇ ਨੇਤਾ ਦੇ ਵਿਰੋਧ 'ਚ ਹੋ ਜਾਂਦੀਆਂ ਨੇ, ਕੁਝ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ, ਕੁਝ ਤੁਹਾਡੇ ਵੀ ਵਿਰੋਧੀ ਤੁਹਾਡੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਨੇ, ਵਿਰੋਧ 'ਚ ਹੋਏ ਨੇ। ਇਹ ਜਾਂ ਬੁੱਢੇ ਨਾਲੇ ਦਾ ਮਸਲਾ ਸੀ, ਪਾਣੀ ਦਾ ਮਸਲਾ ਹੈਗਾ, ਪੀਣ ਵਾਲੇ ਦਾ, ਇਹਨਾਂ ਮਸਲਿਆਂ ਨੂੰ ਲੈ ਕੇ ਵੀ ਕੋਈ ਨਾ ਕੋਈ ਕੰਮ ਕੀਤੇ ਜਾਣਗੇ ਨਾਲੇ ਦੇ। ਪਾਣੀ ਦਾ ਪੀਣ ਵਾਲੇ ਦਾ ਮਸਲਾ ਬਹੁਤ ਵੱਡਾ ਲੁਧਿਆਣੇ ਵੈਸਟ 'ਚ ਕਿਤੇ ਪੀਣ ਵਾਲੇ ਪਾਣੀ ਦਾ ਕੋਈ ਇਸ਼ੂ ਨਹੀਂ ਹੈ। ਇਹ ਸਾਰਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਵਿਰੋਧੀ ਹੈ ਉਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਹੈ। ਉਹ ਇਹ ਕਹਿੰਦੇ ਹੈ
ਵੀ ਇਹ ਡਿਵੈਲਪਮੈਂਟ ਕਿਉਂ ਹੋਈ, ਇਸ ਡਿਵੈਲਪਮੈਂਟ 'ਚ ਕੋਈ ਕੰਸੀਡਰੇਸ਼ਨ ਸੀ। ਉਹ ਇਹ ਨੁਕਸ ਕੱਢਦੇ ਆ ਵੀ ਇਹ ਡਿਵੈਲਪਮੈਂਟ ਆਸ਼ੂ ਨੇ ਕੁਛ ਇਹਦੇ 'ਚ ਆਪਣਾ ਪਰਸਨਲ ਫਾਇਦਾ ਲੈਣ ਲਈ ਕੀਤੀ। ਉਹ ਇਹ ਨਹੀਂ ਦੱਸਦੇ ਵੀ ਇਹ ਡਿਵੈਲਪਮੈਂਟ ਗਲਤ ਹੋਈ ਹੈ। ਡਿਵੈਲਪਮੈਂਟ ਦੇ ਵਿੱਚ ਕੋਈ ਫਲॉज ਨੇ, ਕੋਈ ਟੈਕਨੀਕਲ ਕਮੀਆਂ ਨੇ, ਜਿਹੜੀਆਂ ਡਿਵੈਲਪਮੈਂਟ ਹੋਈਆਂ ਨੇ ਉਹ ਸਬ ਸਟੈਂਡਰਡ ਨੇ। ਜਾਂ ਤਾਂ ਇਹਦੇ ਤੇ ਗੱਲ ਕਰਨ, ਜਾਂ ਕਹਿਣ ਪਲੈਨਿੰਗ ਹੀ ਗਲਤ ਹੋਈ ਹੈ। ਕੋਈ ਇਹੋ ਜਿਹੀ ਗੱਲ ਕਰਨ, ਪਰ ਬਸ ਨਿੰਦਣਾ ਹੈ ਤੇ ਸਿਰਫ ਫॉर ਸੇਕ ਆਫ ਆਪੋਜੀਸ਼ਨ ਕੀਤੀ ਜਾਏ। ਲੋਕ ਸਮਝਦਾਰ ਹੈ, ਉਹਨੂੰ ਉਹ ਮੰਨਦੇ ਨਹੀਂ ਹੈ। ਲੁਧਿਆਣਾ ਦੇ ਇੱਕ ਹੋਟਲ ਵਿਖੇ ਨਿੱਜੀ ਸੰਸਥਾ ਦੇ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਡਿਬੇਟ ਕਰਵਾਈ ਗਈ ਤੇ ਇਸ ਡਿਬੇਟ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਹਿੱਸਾ ਲਿਆ ਗਿਆ ਤੇ ਇਸ ਮੌਕੇ ਜਿੱਥੇ ਉਹਨਾਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਨੇ, ਉੱਥੇ ਹੀ 2022 ਦੇ ਵਿੱਚ ਆਪੋ ਆਪਣੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ ਤੇ ਇਸ ਮੌਕੇ ਗੱਲਬਾਤ ਕਰਦੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀ ਲਿਆ ਤੇ ਇਸ ਮੌਕੇ ਉਹਨਾਂ ਨੇ ਅਕਾਲੀ ਦਲ ਦੀਆਂ ਵਿਕਾਸ ਪੱਖੀ ਨੀਤੀਆਂ ਦਾ ਵੀ ਜ਼ਿਕਰ ਕੀਤਾ। ਦੇਖੋ ਵਿਜ਼ਨ ਕਿਸੇ ਨੇ ਦਿੱਤਾ ਹੀ ਨਹੀਂ। ਵਿਜ਼ਨ ਅਸੀਂ ਦਿੱਤਾ ਅਕਾਲੀ ਦਲ ਵੱਲੋਂ, ਵਾਟ ਵੀ ਹੈਵ ਡਨ ਫॉर ਇੰਡਸਟਰੀ ਐਂਡ ਵਾਟ ਵੀ ਆਰ ਗੋਇੰਗ ਟੂ ਡੂ ਫॉर ਇੰਡਸਟਰੀ। ਦੂਜੇ ਤਾਂ ਆਪਣੀ ਅਚੀਵਮੈਂਟ ਦੱਸਣ ਦੀ ਕੋਸ਼ਿਸ਼ ਕਰਤੇ। ਆਮ ਆਦਮੀ ਪਾਰਟੀ ਨੇ ਪੋਲੀਟੀਕਲ ਡਿਬੇਟ ਬਣਾਉਣ ਦੀ ਕੋਸ਼ਿਸ਼ ਕੀਤੀ। ਥਿੰਗ ਇਜ਼ ਵੈਰੀ ਕਲੀਅਰ ਕਿ ਜੇ ਇੱਥੇ ਆਉਣਾ ਸੀ ਤਾਂ ਇੰਡਸਟਰੀ ਬਾਰੇ ਕਹਿਣਾ ਸੀ। ਇੰਡਸਟਰੀ ਨੂੰ ਕੀਤਾ ਕੀ ਹੈ? 8-8 ਘੰਟੇ ਬੰਦ ਰਹਿੰਦੀ ਹੈ ਇੰਡਸਟਰੀ। ਪਾਵਰ ਕੱਟ ਕਿਉਂ? ਲੀਨ ਪੀਰੀਅਡ 'ਚ ਪਾਵਰ ਕੱਟ ਕਿਉਂ? ਦਿਸ ਇਜ਼ ਫੇਲਰ ਆਫ ਦੀ ਗਵਰਨਮੈਂਟ ਐਂਡ ਦੇ ਟਰਾਈ ਟੂ ਕਵਰ ਇਟ ਅਪ, ਦੈਟਸ ਆਲ। ਆਸ਼ੂ ਜੀ ਨੂੰ ਕਾਹਨੂੰ ਰੋਈ ਜਾਂਦੇ ਵਿਚਾਰੇ ਨੇ, ਉਹਨੇ ਕੀ ਕਰਨਾ? ਉਹਦੇ ਤਾਂ ਰੌਲਾ ਪਾਇਆ ਹੋਇਆ। ਡੱਕਾ ਤੋੜਿਆ ਹੁੰਦਾ ਤਾਂ ਸ਼ਾਇਦ ਰੌਲਾ ਹੀ ਨਾ ਪੈਂਦਾ। ਹਾਂਜੀ, ਪਬਲਿਕ ਦੇ ਡਿਸਟਰਬੈਂਸ ਕੋਈ ਨਹੀਂ। ਪਬਲਿਕ ਨੇ ਬੜੇ ਪੇਸ਼ੈਂਟਲੀ ਸੁਣਿਆ। ਇਹ ਜਿਹੜੇ ਉਹਨਾਂ ਦੇ ਬੰਦੇ ਆ, ਜਦੋਂ ਉਹਦਾ ਫੇਲਰ ਹੁੰਦਾ ਉਹਨੂੰ ਰੌਲਾ ਪਾਉਂਦੇ ਆ, ਦੈਟਸ ਆਲ, ਹੋਰ ਕੁਝ ਨਹੀਂ। ਕਨਕਲੂਜਨ ਮੈਂ ਨਹੀਂ ਅੱਧ ਜਾ ਰਿਹਾ। ਮੈਂ 8 ਵਜੇ ਮੇਰੀ ਜਵਾਹਰ ਨਗਰ ਮੀਟਿੰਗਾਂ ਲੈਣ ਆ ਗਏ ਮੈਨੂੰ। ਇਹਨਾਂ ਨੇ 6 ਵਜੇ ਐਗਜ਼ੈਕਟ ਟਾਈਮ ਦਿੱਤਾ ਸੀ, 6:45 ਸ਼ੁਰੂ ਕੀਤੀ। ਇਹਨਾਂ ਦੇ ਲੇਟ ਹੋਣ ਕਰਕੇ ਮੈਂ ਬਾਈਕਾਟ ਨਹੀਂ ਕਦੇ ਕੀਤਾ। ਮੈਂ ਹਮੇਸ਼ਾ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹੁੰਦਾ। ਪ੍ਰੋਬਲਮ ਇਸ ਕਿ ਮੇਰਾ ਟਾਈਮ ਹੋ ਗਿਆ ਬਾਹਰ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਦੇ ਚੱਲਦਿਆਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਤੇ ਉਸ ਦੌਰਾਨ ਉਹਨਾਂ ਨੇ ਸੜਕ ਤੇ ਪਏ ਕੂੜੇ ਤੇ ਵੀ ਝਾੜੂ ਚਲਾਇਆ। ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਆਗੂ ਮੀਡੀਆ ਦੇ ਰੂਬਰੂ ਹੋਏ ਤੇ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਸੱਤਾ ਦੇ ਵਿੱਚ ਆਉਣ ਤੇ ਉਹਨਾਂ ਦੀ ਪਾਰਟੀ ਦੇ ਵੱਲੋਂ ਸੂਬੇ ਦਾ ਵਿਕਾਸ ਕੀਤਾ ਜਾਵੇਗਾ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਵੀ ਕੀਤਾ ਜਾਵੇਗਾ। ਮੈਂ ਤਾਂ ਆਪਣੇ ਕੈਂਡੀਡੇਟਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਜੋ ਸੰਵਿਧਾਨ ਦੇ ਮੁਤਾਬਕ ਹਰ ਪਾਰਟੀ ਦਾ ਪਹਿਲਾ ਮੁੱਦਾ ਬਣਦਾ ਹੈ ਕਿ ਅਸੀਂ ਇਲੈਕਸ਼ਨ ਲੜੀਏ। ਜੇ ਕੋਈ ਪਾਰਟੀ ਰਜਿਸਟਰ ਹੈ, ਸਾਡੇ ਦੇਸ਼ ਦੇ 250 ਪਾਰਟੀਆਂ ਰਜਿਸਟਰ ਨੇ, ਪਰ ਮਾਨਤਾ ਪ੍ਰਾਪਤ ਨੈਸ਼ਨਲ 7 ਨੇ ਤੇ 52 ਸਟੇਟ ਆ, ਪਰ ਉਹ ਜਿੰਨੀਆਂ ਵੀ ਰਜਿਸਟਰ ਪਾਰਟੀਆਂ ਸਾਰੀਆਂ ਨਹੀਂ ਖੜ੍ਹਦੀਆਂ। ਤੇ ਮੈਂ ਤਾਂ ਚੋਣ ਕਮਿਸ਼ਨ ਨੂੰ ਸਿਰਫ ਪਾਵਰਾਂ ਸਿਰਫ ਇਲੈਕਸ਼ਨਾਂ ਤੱਕ ਹੀ ਹੁੰਦੀਆਂ ਨੇ। ਇਲੈਕਸ਼ਨਾਂ ਤੋਂ ਬਾਅਦ ਉਹਨਾਂ ਦੀਆਂ ਪਾਵਰਾਂ ਨੂੰ ਨਾ ਤਾਂ ਕੋਈ ਪੁੱਛਦਾ, ਨਾ ਉਹ ਧਿਆਨ ਦਿੰਦੇ। ਤੇ ਮੈਂ ਤਾਂ ਆਪਣੇ ਉਮੀਦਵਾਰਾਂ ਨੂੰ ਜਿਹੜੇ ਵੀ ਜਿੱਥੇ ਵੀ ਖੜੇ ਆ ਉਹਨਾਂ ਨੂੰ ਇਹੀ ਕਿਹਾ ਵੀ ਜੇ ਸਾਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਵੀ ਝੂਠੇ ਲਾਰੇ ਨਹੀਂ ਲਾਣੇ, ਤੇ ਅਸਲ ਤਾਂ ਸਟਾਰਟਿੰਗ ਤੋਂ ਹੀ ਕਿਹਾ ਵੀ ਅਸੀਂ ਝੂਠੇ ਲਾਰੇ ਲਾ ਕੇ ਵਾਲਿਆਂ ਤੋਂ ਖਿਲਾਫ ਆ। ਤੇ ਆਪਣੇ ਉਮੀਦਵਾਰਾਂ ਨੂੰ ਇਹੀ ਕਿਹਾ ਵੀ ਜੋ ਮੌਲਿਕ ਅਧਿਕਾਰ ਨੇ, ਜਿੱਦਾਂ ਕਿ ਸਿੱਖਿਆ ਫ੍ਰੀ ਆ, ਇਹ ਸਿੱਖਿਆ ਸਭ ਦਾ ਅਧਿਕਾਰ ਆ, ਇਹ ਬਣਦਾ ਹੀ ਆ। ਇਹਨੂੰ ਤਾਂ ਸੁਪਰੀਮ ਕੋਰਟ ਵੀ ਨਹੀਂ ਰੋਕ ਸਕਦੀ ਕਿਉਂਕਿ ਉਹ ਆਪ ਵੀ ਚਾਹੁੰਦੀ ਆ ਵੀ ਸਿੱਖਿਆ ਹੋਣੀ ਚਾਹੀਦੀ ਆ, ਸਿਹਤ ਸੰਬੰਧੀ ਫ੍ਰੀ ਹੋਣਾ ਚਾਹੀਦਾ, ਨਸ਼ੇ ਬੰਦ ਹੋਣੇ ਚਾਹੀਦੇ ਆ, ਦੜਾ ਸੱਟਾ ਜਿਹੜੇ ਕ੍ਰਾਈਮ ਹੁੰਦਾ, ਕਿਸੇ ਵੀ ਪਾਰਟੀ ਨੇ ਕ੍ਰਾਈਮ ਬਾਰੇ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਮੇਰਾ ਨਾਮ ਦਰਸ਼ਨ ਸਿੰਘ ਰਾਹੁਲ ਪਾਰਖੀ, ਮੈਂ ਵਿਧਾਨ ਸਭਾ ਗਿੱਲ ਹਲਕੇ ਤੋਂ ਕੈਂਡੀਡੇਟ ਹਾਂ। ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਆਮ ਲੋਕ ਯੂਨਾਈਟਿਡ ਪਾਰਟੀ ਵੱਲੋਂ ਸਾਂਝਾ ਉਮੀਦਵਾਰ ਹਾਂ, ਜੋ ਕਿ ਗਿੱਲ ਹਲਕੇ ਤੋਂ ਲੜਨ ਜਾ ਰਿਹਾ ਹਾਂ, ਚੁਣਾਵ ਲੜਨ ਜਾ ਰਿਹਾ ਹਾਂ। ਕਿਹੜੇ ਮੁੱਦੇ ਹੋਣਗੇ ਜਿਹੜੇ ਤੁਸੀਂ ਆਪਣੇ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਹੋ? ਸਰ, ਸਾਡਾ ਜਿਹੜਾ ਪਾਰਟੀ ਦਾ ਮੈਨੀਫੈਸਟੋ ਆ ਜਾਂ ਮੁੱਦੇ ਆ, ਸਭ ਤੋਂ ਪਹਿਲਾਂ ਤਾਂ ਅਸੀਂ ਬੇਰੁਜ਼ਗਾਰੀ 'ਤੇ ਕੰਮ ਕਰਾਂਗੇ ਕਿਉਂਕਿ ਲੋਕਾਂ ਕੋਲੇ ਬੇਰੁਜ਼ਗਾਰ, ਸਾਰੇ ਲੋਕ ਬੇਰੁਜ਼ਗਾਰ ਨੇ। ਤੇ ਜੇ ਬੇਰੁਜ਼ਗਾਰੀ ਸਭ ਤੋਂ ਪਹਿਲਾਂ ਜੇ ਖਤਮ ਕਰਾਂਗੇ ਅਸੀਂ ਬੇਰੁਜ਼ਗਾਰੀ, ਕਿਉਂਕਿ ਬੇਰੁਜ਼ਗਾਰੀ ਦੇ ਨਾਲ ਹੀ ਜੇ ਉਹਨਾਂ ਕੋਲ ਰੁਜ਼ਗਾਰ ਹੋਊਗਾ ਤਾਂ ਵਧੀਆ ਉਹ ਬੱਚਿਆਂ ਨੂੰ ਸਿੱਖਿਆ ਵੀ ਦੇ ਸਕਦੇ ਆ, ਵਧੀਆ ਆਪਣਾ ਜਿਹੜਾ ਮੈਡੀਕਲ ਸੁਵਿਧਾ ਵੀ ਦੇ ਸਕਦੇ ਆ। ਯਾਨੀ ਹਰ ਇੱਕ ਤਰੀਕੇ ਨਾਲ ਜੇ ਰੁਜ਼ਗਾਰ ਹੋਊਗਾ ਤਾਂ ਵਧੀਆ ਤਰੀਕੇ ਨਾਲ ਆਪਣਾ ਘਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਦੇ ਆ। 2022 ਦੀਆਂ ਚੋਣਾਂ ਦੇ ਵਿੱਚ ਜਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਨਵੀਂ ਸਰਕਾਰ ਚੁਣਨ ਦੇ ਲਈ ਤਿਆਰ ਨੇ, ਉੱਥੇ ਹੀ ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 109 ਸਾਲ ਦੀ ਬੇਬੇ ਭਗਵਾਨ ਕੌਰ ਵੀ ਇੱਕ ਵਾਰ ਫਿਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੀ ਹੈ। ਸੋ ਭਗਵਾਨ ਕੌਰ ਸਾਰੀਆਂ ਚੋਣਾਂ ਨੂੰ ਮਿਲਾ ਕੇ ਹੁਣ ਤੱਕ 100 ਵਾਰ ਵੋਟ ਪਾ ਚੁੱਕੀ ਹੈ ਤੇ ਭਗਵਾਨ ਕੌਰ ਦੀ 70 ਸਾਲਾਂ ਨੂੰ ਜਗੀਰ ਕੌਰ ਤੇ 45 ਸਾਲ ਦੀ
ਪੋਤ ਨੂੰ ਵੀ ਉਹਨਾਂ ਦੇ ਨਾਲ ਜਾ ਕੇ ਵੋਟ ਪਾਉਂਦੀਆਂ ਨੇ ਤੇ ਭਗਵਾਨ ਕੌਰ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਸਿਹਤਮੰਦ ਨੇ ਤੇ ਆਪ ਤੁਰ ਕੇ ਗੁਰਦੁਆਰਾ ਸਾਹਿਬ ਜਾਂਦੇ ਨੇ। ਹੁਣ ਅੱਗੇ ਸਿਹਤ ਸੂ ਠੀਕ ਰਹਿੰਦੀ ਹੁਣ ਪਹਿਲਾਂ ਨਾਲੋਂ ਤੁਹਾਡੀ? ਹਾਂ ਪੂਰੇ ਕਾਇਮ ਹੋ? ਹਾਂ ਮੈਂ ਤਾਂ ਬਹੁਤ ਕਾਇਮ ਸੀਗੀ। ਹਾਂ। ਹੁਣ ਬੁਖਾਰ ਨੇ ਕਰਤਾ। ਅੱਛਾ ਜੀ, ਤੇ ਹੁਣ ਵੀ ਮਤਲਬ ਤੁਰਦੇ ਫਿਰਦੇ ਹੋ? ਹੁਣ ਮੈਂ ਹੁਣ ਨਹੀਂ ਇੱਥੇ ਘਰੇ ਹੀ ਆ ਹੁਣ ਤਾਂ। ਅੱਛਾ ਜੀ, ਉਹ ਮਤਲਬ ਹੁਣ ਗੁਰਦੁਆਰਾ ਸਾਹਿਬ ਜਾਂਦੇ ਹੋ ਮੱਥਾ ਟੇਕਣ? ਠੀਕ ਹੈ ਜੀ, ਤੇ ਹੁਣ ਅੱਗੇ ਨਾਲੋਂ ਮਤਲਬ ਜਿਹੜੀ ਵੋਟ ਹੈ ਹੁਣ ਹਰ ਵਾਰੀ ਆਪ ਜਾ ਕੇ ਪਾਉਂਦੇ ਹੋ ਆਪੇ? ਹਾਂ, ਆਪ ਜਾ ਕੇ ਪਾ ਕੇ। ਕਿੰਨੀ ਕੁ ਵਾਰੀ ਵੋਟ ਪਾ ਚੁੱਕੇ ਹੋ ਹੁਣ ਤੱਕ? ਸਾਰੀਆਂ ਵੋਟਾਂ ਪਾਈਆਂ ਅਸੀਂ ਤਾਂ ਉੱਥੇ ਸਕੂਲ ਵੱਡੇ, ਹਾਂ ਉੱਥੇ ਵੀ ਜਾਂਦੇ ਸੀਗੇ। ਅੱਛਾ ਜੀ, ਉੱਥੇ ਪਾ ਕੇ ਆਉਂਦੇ ਸੀਗੇ, ਉੱਥੇ ਵੋਟ ਪਾਉਂਦੇ ਸੀਗੇ। ਹਾਂ, ਤੇ ਹੁਣ ਜਦੋਂ ਦਾ ਮਤਲਬ ਆਪਾਂ ਨੂੰ ਆਜ਼ਾਦੀ ਮਿਲੀ ਆ ਉਸ ਤੋਂ ਬਾਅਦ ਦੀਆਂ ਸਾਰੀਆਂ ਵੋਟਾਂ ਪਾਈਆਂ? ਸਾਰੀਆਂ। ਹਾਂ, ਠੀਕ ਹੈ। ਤੇ ਘਰੇ ਆਪ ਦੀ ਜਿਹੜੀ ਕਿਰਿਆ ਸਾਰੀ ਆਪੇ ਆਪ ਕਰ ਲੈਂਦੇ ਹੋ? ਹਾਂ ਹਾਂਜੀ, ਠੀਕ ਹੈ। ਇਹ ਮਾਤਾ ਦਾ ਭਗਵਾਨ ਕੌਰ ਦੀ ਸਾਡੇ ਮਾਤਾ ਮੇਰੇ ਦਾਦੀਆਂ ਦੇ ਥਾਂ ਲੱਗਦੇ ਆ ਜੀ। ਇਹ ਜਾਨੀ ਜਿਹਨੂੰ ਆਸ਼ੀਰਵਾਦ ਦੇ ਦਿੰਦੇ ਉਹ ਬਣਦਾ ਹੀ ਬਣਦਾ, ਕਿਉਂਕਿ ਮੈਨੂੰ ਵੀ ਆਸ਼ੀਰਵਾਦ ਇਹਨਾਂ ਦਾ ਹੀ ਸੀਗਾ। ਕਿਉਂਕਿ ਇਹ 109 ਸਾਲ ਦੇ ਹੋ ਚੁੱਕੇ ਆ। ਜਦੋਂ ਅਸੀਂ ਮਤਲਬ ਆਏ ਇਹਨਾਂ ਦੇ ਘਰੇ, ਇਹਨੂੰ ਪੁੱਛਿਆ ਕਹਿੰਦੀ ਪੁੱਤ ਖੜ ਜਾ, ਕਹਿੰਦੀ ਵੀ ਅਸੀਂ ਤਾਂ ਮੈਂ ਵੋਟ ਪਾਉਂ ਚਾਹ ਜਾਈ ਹੋਏ ਨਾ ਵੱਡਿਆਂ ਆਸ਼ੀਰਵਾਦ ਹੋ ਜੇ ਹਨਾ। ਬਸ ਇਹਨਾਂ ਹੀ ਦੇਣੀ ਸਰਪੰਚ ਬਣੇ ਅਸੀਂ। ਠੀਕ ਹੈ ਜੀ, ਤੇ ਮਤਲਬ ਹਰ ਵਾਰ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਤੁਸੀਂ ਲੈ ਕੇ ਜਾਂਦੇ ਹੋ? ਹਾਂ, ਲੈ ਕੇ ਜਾਂਦੇ ਪੂਰੇ ਚਾਰ ਆਪ ਹੀ ਪਹਿਲੇ ਸੁਨੇਹੇ ਦੇਣ ਲੱਗ ਜਾਂਦੇ ਵੀ ਭਾਈ ਮੈਨੂੰ ਲੈ ਕੇ ਜਾਓ, ਮੈਂ ਵੋਟ ਪਾਉਣੀ ਆ। ਵੀ ਕਿਹੜੇ ਖੜੇ ਸਾਰਾ ਪੁੱਛਦੀ ਆ ਵੀ ਕੌਣ ਕਿਹੜੀ ਪਾਰਟੀ ਚੋਂ, ਕੌਣ ਕਿਹੜੀ ਪਾਰਟੀ ਚੋਂ ਆ। ਪੂਰਾ ਇੰਟਰਸਟ ਰੱਖਦੀ ਹੈ ਜੀ ਲੀਡਰਾਂ ਨੂੰ। ਠੀਕ। ਕਰਮਜੀਤ ਕੌਰ। ਤੇ ਤੁਹਾਡੇ ਕੀ ਲੱਗਦੇ ਨੇ? ਇਹ ਮੇਰੇ ਸੱਸ ਲੱਗਦੇ ਆ, ਉਹ ਦਾਦੀ ਸੱਸ ਲੱਗਦੇ ਆ। ਠੀਕ ਹੈ ਜੀ, ਤੇ ਕਿਵੇਂ ਕਾਇਮ ਰਹਿੰਦੇ ਦਾਦੀ ਸੱਸ ਜੀ? ਹਾਂਜੀ, ਦਾਦੀ ਸੱਸ ਕਾਇਮ ਰਹਿੰਦੇ ਆ। ਆਪ ਹੀ ਵੋਟ ਪਾ ਕੇ ਆਉਂਦੇ ਆ ਤੁਰ ਕੇ। ਅਸੀਂ ਤਿੰਨੇ ਇਕੱਠੇ ਜਾਂਦੇ ਆ ਵੋਟ ਪਾਉਣ ਜੀ। ਹਾਂਜੀ, ਤੇ ਘਰੇ ਆਪਦੀ ਕਿਰਿਆ ਪੂਰੀ ਸੋਧਦੇ ਆ, ਤੁਰਦੇ ਫਿਰਦੇ ਆ। ਹੁਣ ਠੰਡ ਦਾ ਕਰਕੇ ਘੱਟ ਤੁਰਦੇ ਆ। ਕਿੰਨੀ ਉਮਰ ਹੋ ਗਈ ਇਹਨਾਂ ਦੀ ਦਾਦੀ ਸੱਸ ਦੀ? 109 ਸਾਲ ਹੋ ਗਈ। ਹਾਂਜੀ। ਤੇ ਸੱਸ ਦੀ ਆਪਣੇ ਦੀ? ਇਹਨਾਂ ਦੀ 70 ਸਾਲ ਹੋ ਗਈ। ਤੁਹਾਡੀ ਕਿੰਨੀ ਕਾ? ਮੇਰੀ 45 ਸਾਲ ਹੋ ਗਈ। ਮਤਲਬ 3 ਪੀੜ੍ਹੀਆਂ ਰਲ ਕੇ ਘਰੇ? 3 ਪੀੜ੍ਹੀਆਂ ਜੀ ਰਲ ਕੇ, ਚੌਥੀ ਸਾਡੀ ਤਿਆਰ ਆ। ਠੀਕ ਹੈ ਜੀ, ਕੀ ਕਹਿੰਦੇ ਦਾਦੀ ਸੱਸ ਵਿੱਚ ਚੌਥੀ ਪੀੜ੍ਹੀ ਦਾ ਵਿਆਹ ਦੇਖਣਾ ਹੋਵੇ? ਹਾਂਜੀ, ਉਹ ਕਹਿੰਦੇ ਹਾਂ ਪੜੋਤੇ ਦਾ ਵਿਆਹ ਦੇਖ ਕੇ ਉਹਦਾ ਬੱਚਾ ਖੜਾ ਕੇ ਜਾਣਾ ਮੈਂ। ਅੱਛਾ ਜੀ, ਹਾਂਜੀ, ਇੰਨਾ ਚਾਅ ਹੈ। ਇੰਨਾ ਚਾਅ ਉਹਨਾਂ ਨੂੰ। ਹਲਕਾ ਆਤਮਨਗਰ ਦੇ ਵਿੱਚ ਮੀਂਹ ਨੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੇ ਮੀਂਹ ਪੈਣ ਤੋਂ ਬਾਅਦ ਇੱਥੇ ਸੜਕਾਂ ਦੇ ਵਿੱਚ ਬਣੇ ਟੋਇਆਂ ਦੇ ਵਿੱਚ ਪਾਣੀ ਖੜਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਤੇ ਉਹਨਾਂ ਦੇ ਵਾਹਨ ਵੀ ਪਾਣੀ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਇੱਕ ਈ ਰਿਕਸ਼ਾ ਵੀ ਪਲਟ ਗਿਆ। ਇਹ ਦੇਖੋ ਹਾਲ ਕੀ ਹੈ। ਇਹ ਉਹ ਸਾਹਮਣੇ ਬੰਦਾ ਖੜਾ ਹੈ, ਉਹ ਵਿਚਾਰਾ ਹੁਣੀ ਇੱਥੋਂ ਉਲਟਿਆ, ਇੱਥੋਂ ਗਿਰਿਆ। ਆਹ ਡਿਵੈਲਪਮੈਂਟ ਕੀਤੀ ਹੈ ਹਲਕਾ ਇੰਚਾਰਜ ਦੀ ਤੇ MLA। ਬਹੁਤ ਹਾਲਾਤ ਦੇਖੋ ਇਹਨਾਂ ਦੇ, ਗੱਲਾਂ ਕੀ ਕਰਦੇ ਆ ਤੇ ਹੈ ਕੀ। बेटा सट तो नहीं लगी? बचाव हो गया? ओके। ਸੜਕੀ ਨਿਯਮਾਂ ਦੀਆਂ ਉਲੰਘਣਾ ਦੇ ਚਲਦਿਆਂ ਵਾਪਰਦੇ ਸੜਕੀ ਹਾਦਸਿਆਂ ਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ। ਤਾਜ਼ਾ ਮਾਮਲੇ ਦੇ ਵਿੱਚ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਹੋਏ ਭਿਆਨਕ ਸੜਕ ਹਾਦਸੇ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤੇ ਹਾਦਸਾ ਟਰੱਕ ਦੇ ਵੱਲੋਂ ਬੱਸ ਨੂੰ ਜ਼ਬਰਦਸਤ ਟੱਕਰ ਮਾਰਨ ਦੇ ਕਾਰਨ ਵਾਪਰਿਆ। ਕੰਪਨੀ ਦੀ ਬੱਸ ਸੀਗੀ, ਇਹ ਕੋਈ ਬੜੂੰਦੀ ਪਿੰਡ ਦੇ ਨੇ, ਕੋਈ ਰਸੀਨ ਪਿੰਡ ਦੇ ਪਤਾ ਲੱਗਿਆ, ਹਾਲੇ ਐਗਜ਼ੈਕਟ ਨਹੀਂ ਪਤਾ ਲੱਗਿਆ ਵੀ ਕੌਣ ਸੀਗੇ। ਇਹ ਰੌਲਸਨ ਕੰਪਨੀ ਦੀ ਹੈਗੀ ਲੇਬਰ, ਰਾਤ ਦੀ ਸ਼ਿਫਟ 'ਤੇ ਆ ਰਹੀ ਸੀਗੀ ਤੇ ਢੰਡਾਰੀ ਰੇਲਵੇ ਸਟੇਸ਼ਨ ਦੇ ਅਪੋਜ਼ਿਟ ਗੱਡੀ ਜਿਹੜੀ ਬੱਸ ਸੀਗੀ ਲੇਬਰ ਵਾਲੀ, ਉਹਦਾ ਪਿਛਲਾ ਟਾਇਰ ਖੱਬੇ ਸਾਈਡ ਦਾ ਤੇ ਖੁੱਲ੍ਹ ਗਿਆ। ਬੱਸ ਨੂੰ ਅਚਾਨਕ ਰੋਕਣਾ ਪੈ ਗਿਆ। ਇਹ ਬੰਦੇ ਉਤਰ ਕੇ ਡਰਾਈਵਰ ਦੀ ਮਦਦ ਕਰ ਰਹੇ ਸੀਗੇ। ਪਿੱਛੋਂ ਲੁਧਿਆਣੇ ਸਾਈਡ ਤੋਂ ਇੱਕ ਟਰੱਕ ਆਇਆ ਜਿਹੜਾ ਗੈਸ ਖਾਲੀ ਕਰਕੇ ਆ ਰਿਹਾ ਸੀਗਾ। ਡਰਾਈਵਰ ਦੀ ਸ਼ਰਾਬ ਪੀਤੀ ਹੋਈ ਲੱਗਦੀ ਆ, ਮੁਲਾਜ਼ਾ ਕਰਾ ਰਿਹਾ ਸੀ ਉਹਦਾ, ਤੇ ਬੰਦੇ ਮੌਕੇ 'ਤੇ 2 ਜਿਹੜੇ ਹੈਗੇ ਬੰਦੇ ਦੀ ਡੈਥ ਹੋ ਗਈ। 3 ਬੰਦੇ ਜਿਹੜੇ ਜ਼ਿਆਦਾ ਸੀਰੀਅਸ ਨੇ ਉਹ ਪਹਿਲਾਂ ਸਿਵਲ ਹਸਪਤਾਲ ਲਿਆਂਦੇ ਸੀ, ਹੁਣ ਉਹਨਾਂ ਨੂੰ ਲੈ ਕੇ ਉੱਧਰ ਮੋਹਨਦਾਈ ਹਸਪਤਾਲ 'ਚ। ਬੰਦੇ ਪੰਜਾਬੀ ਨੇ ਹੈਗੇ ਸਾਰੇ, ਇੱਧਰ ਦੇ ਅਹਿਮਦਗੜ੍ਹ ਸਾਈਡ ਦੇ, ਕੋਈ ਰਸੀਨ ਦਾ, ਕੋਈ ਬੜੂੰਦੀ ਦਾ, ਕੋਈ ਮਤਲਬ ਇੱਧਰਲੇ ਪਿੰਡਾਂ ਦੀ ਪਤਾ ਲੱਗ ਰਿਹਾ। ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਦੇ ਵੱਲ। ਹੰਬੜਾ 'ਚ ਦਰਸ਼ਨ ਸਿੰਘ ਸ਼ਿਵਾਲਕ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ। ਕਈ ਟਕਸਾਲੀ ਕਾਂਗਰਸੀ ਪਰਿਵਾਰ ਅਕਾਲੀ ਦਲ ਦੇ ਵਿੱਚ ਹੋਏ ਸ਼ਾਮਲ। ਮਨਪ੍ਰੀਤ ਸਿੰਘ ਅਯਾਲੀ ਨੇ ਵੀ ਲੋਕਾਂ ਦੇ ਨਾਲ ਕੀਤਾ ਰਾਬਤਾ। ਵੱਖ-ਵੱਖ ਪਿੰਡਾਂ ਦੇ ਵਿੱਚ ਕੀਤੀਆਂ ਚੋਣ ਮੀਟਿੰਗਾਂ।
ਹਲਕਾ ਆਤਮਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰੀਸ਼ ਰਾਏ ਟਾਂਡਾ ਦੇ ਵੱਲੋਂ ਚੋਣ ਪ੍ਰਚਾਰ ਤੇਜ਼, ਲੋਕਾਂ ਦਾ ਵੀ ਮਿਲ ਰਿਹਾ ਭਰਪੂਰ ਸਮਰਥਨ। ਖੰਨਾ ਦੇ ਵਿੱਚ ਵੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ। ਹਲਕਾ ਆਤਮਨਗਰ ਦੇ ਵਿੱਚ ਵਿਕਾਸ ਦੇ ਦਾਅਵਿਆਂ ਦੀ ਖੁੱਲੀ ਪੋਲ, ਸੜਕਾਂ ਤੇ ਇਕੱਠਾ ਹੋਇਆ ਮੀਂਹ ਦਾ ਪਾਣੀ, ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ। ਢੰਡਾਰੀ ਰੇਲਵੇ ਸਟੇਸ਼ਨ ਸਾਹਮਣੇ ਵਾਪਰਿਆ ਭਿਆਨਕ ਸੜਕੀ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਜ਼ੋਰਦਾਰ ਟੱਕਰ। ਹਾਦਸੇ ਦੇ ਵਿੱਚ 2 ਲੋਕਾਂ ਦੀ ਹੋਈ ਮੌਤ, 3 ਹੋਏ ਗੰਭੀਰ ਜ਼ਖਮੀ। ਫਿਲਹਾਲ ਲੁਧਿਆਣਾ ਖਬਰਨਾਮਾ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।